Hello everyone. In this video, we will start with a new chapter, chapter number 3, synthetic fibers and plastics. ठीक है, ਜਿੱਦਾਂ ਕਿ ਆਪਾਂ ਚੈਪਟਰ ਨੰਬਰ 2 ਨੂੰ ਕੰਪਲੀਟ ਆਊਟ ਕਰਕੇ ਆ ਚੁੱਕੇ ਸੀ। ਉਹਦੀਆਂ ਬੈਕ ਐਕਸਰਸਾਈਜ਼ ਵੀ ਮੈਂ ਲਾਸਟ ਅਸਾਈਨਮੈਂਟ ਦੇ ਵਿੱਚ ਦੈਟ ਇਜ਼ ਸਾਇੰਸ ਨੋਟਸ ਲਿਖਿਆ ਹੋਇਆ ਸੀ ਤੁਹਾਡੇ ਨਾਲ 3 ਪੇजेस ਸੀ। ਠੀਕ ਹੈ, ਉਹ ਐਡ ਕਰਤੇ ਸੀ, ਤੁਸੀਂ ਆਪਣੀ ਕਾਪੀਜ਼ ਦੇ ਉੱਪਰ ਕਰ ਲਿਓ। ਸਾਰੇ ਕੁਐਸਚਨ ਆਨਸਰਸ ਹੀ ਸੀ ਪਿਛਲੇ ਚੈਪਟਰ ਦੇ। ਐਂਡ ਲੈਟਸ ਸਟਾਰਟ ਵਿਦ ਦ ਨਿਊ ਚੈਪਟਰ। ਓਕੇ, ਦ ਕਲੋਥਸ ਵਿਚ ਵੀ ਵੀਅਰ ਆਰ ਮੇਡ ਅਪ ਆਫ ਫੈਬਰਿਕਸ। ਹੁਣ ਇਹਦੇ ਵਿੱਚ ਆਪਾਂ ਬੇਸਿਕਲੀ ਗੱਲ ਕਰਾਂਗੇ ਸਿੰਥੈਟਿਕ ਫਾਈਬਰਸ ਬਾਰੇ। ਜਿਹੜੇ ਆਪਣੇ ਕੱਪੜੇ ਹੁੰਦੇ ਆ ਸਿੰਥੈਟਿਕ ਫਾਈਬਰਸ। ਠੀਕ ਹੈ, ਸਿੰਥੈਟਿਕ ਫਾਈਬਰਸ ਮੀਨਸ ਜਿੱਦਾਂ ਆਪਾਂ ਆਰਟੀਫਿਸ਼ੀਅਲ ਫਾਈਬਰਸ ਜਿਹੜੇ ਹੈ ਆਪਣੇ ਕੋਲ ਸਿਲਕ ਹੋ ਗਿਆ, ਸਿਲਕ ਤੇ ਨਹੀਂ ਕਹਿ ਸਕਦੇ ਆਪਾਂ, ਨਾਈਲਨ ਐਂਡ ਰਾਈਨਨ ਹੁੰਦੇ ਆ। ਠੀਕ ਹੈ, ਉਹਦੇ ਬਾਰੇ ਗੱਲ ਕਰਦੇ ਪਏ। ਤੇ ਜਿਹੜੇ ਵੀ ਆਪਾਂ ਕੱਪੜੇ ਪਾਈ ਦੇ ਉਹ ਫੈਬਰਿਕਸ ਤੋਂ ਬਣੇ ਹੁੰਦੇ। ਫੈਬਰਿਕ ਕਿਹੜੇ ਆਪਣੇ ਤੋਂ? ਕਾਟਨ, ਵੂਲ। ਠੀਕ ਹੈ, ਇਟ ਕੈਨ ਬੀ ਪਲਾਸਟਿਕ ਤੇ ਨਹੀਂ ਕਹਿ ਸਕਦੇ ਆਪਾਂ, ਆਰਟੀਫਿਸ਼ੀਅਲ ਵੀ ਆਪਣੇ ਤੋਂ ਨਾਈਲਨ ਦੇ ਵੀ ਹੁੰਦੇ, ਸਿਲਕ ਦੇ ਵੀ ਹੁੰਦੇ। ਠੀਕ ਹੈ, ਉਹ ਹੈ ਆਪਣੇ ਕੋਲ। ਫੈਬਰਿਕਸ ਆਰ ਮੇਡ ਫਰੋਮ ਫਾਈਬਰਸ। ਫੈਬਰਿਕਸ ਜਿਹੜੇ ਹੁੰਦੇ ਫਾਈਬਰਸ ਤੋਂ ਬਣੇ ਹੁੰਦੇ। ਫਾਈਬਰਸ ਆ ਛੋਟੇ ਛੋਟੇ ਥ੍ਰੈਡਸ ਤੋਂ। ਠੀਕ ਹੈ, ਓਬਟੇਨ ਫਰੋਮ ਨੈਚੁਰਲ ਔਰ ਆਰਟੀਫਿਸ਼ੀਅਲ ਸੋਰਸ। ਠੀਕ ਹੈ, ਨੈਚੁਰਲੀ ਵੀ ਆਪਾਂ ਨੂੰ ਮਿਲ ਜਾਂਦੇ ਤੇ ਆਰਟੀਫਿਸ਼ੀਅਲੀ ਵੀ ਮਿਲ ਜਾਂਦੇ ਆ। ਕੈਨ ਯੂ ਨੇਮ ਸਮ ਨੈਚੁਰਲ ਫਾਈਬਰਸ? ਆਫ ਕੋਰਸ ਦੇयर ਆਰ ਕਾਟਨ, wool are some examples of natural fibers. Fibers are also being used for making a large variety of household articles. ਘਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਆਰਟੀਕਲਸ ਇਹਨਾਂ ਦੇ ਬਣਦੇ ਆਪਣੇ ਕੋਲ। ਠੀਕ ਹੈ, ਫੋਰ ਐਗਜ਼ਾਮਪਲ ਆਪਣੇ ਕੋਲ ਟੋਕਰਾ ਹੁੰਦਾ, ਦੈਟ ਇਜ਼ ਠੀਕ ਹੈ, ਉਹਨਾਂ ਨੂੰ ਲੱਕੜ ਦੇ ਨੂੰ ਆਪਾਂ ਆਪਸ ਦੇ ਵਿੱਚ ਉਹਨਾਂ ਨੂੰ ਬੰਨਿਆ ਹੁੰਦਾ। ਠੀਕ ਹੈ, ਉਹਨੂੰ ਆਪਾਂ ਫੋਰ ਐਗਜ਼ਾਮਪਲ ਕਹਿ ਸਕਦੇ। ਹੋਰ ਕਹਿ ਸਕਦੇ ਹਾਂ ਜਿੱਦਾਂ ਪੁਰਾਣੀਆਂ ਪੀੜ੍ਹੀਆਂ ਹੁੰਦੀਆਂ ਸੀ, ਉਹ ਥ੍ਰੈਡਸ ਦੇ ਨਾਲ, ਕਾਟਨ ਦੇ ਥ੍ਰੈਡਸ ਦੇ ਨਾਲ ਬੰਨੀਆਂ ਜਾਂਦੀਆਂ ਸੀ। ਮੇਕ ਅ ਲਿਸਟ ਆਫ ਸਮ common articles made from fibers। ठीक है, ਆਪਾਂ examples ਦੇਖ ਲਈਏ। try to separate them into those made from natural fibers। natural fibers ਆਪਣੇ ਤਾਂ ਪਲਾਸਟਿਕ ਵਗੈਰਾ ਵੀ ਆ ਜਾਂਦੇ ਆ natural fibers ਦੇ ਵਿੱਚ। and those made from artificial fiber। ਸੌਰੀ, ਨੈਚੁਰਲ ਫਾਈਬਰ ਦੇ ਵਿੱਚ ਆਪਣੇ ਕੋਲ ਨੈਚੁਰਲ ਹੁੰਦੇ ਆ, ਆਰਟੀਫਿਸ਼ੀਅਲ ਫਾਈਬਰਸ ਦੇ ਵਿੱਚ ਆਪਣੇ ਤੋਂ ਪਲਾਸਟਿਕ ਹੁੰਦਾ ਹੈ। ਮੇਕ ਐਂਟਰੀਜ਼ ਇਨ ਟੇਬਲ 3.1 ਦੇ ਵਿੱਚ ਆਪਾਂ ਲਿਖਣਾ ਹੈ ਸਾਰਾ ਕੁਝ। ਵਾਈ ਡਿਡ ਯੂ ਲੇਬਲ ਸਮ ਫਾਈਬਰਸ ਐਸ ਆਰਟੀਫਿਸ਼ੀਅਲ? ਕੁਛ ਫਾਈਬਰਸ ਨੂੰ ਆਪਾਂ ਆਰਟੀਫਿਸ਼ੀਅਲ ਕਿਉਂ ਕਿਹਾ? ਆਰਟੀਫਿਸ਼ੀਅਲ ਆਪਾਂ ਫਾਈਬਰਸ ਨੂੰ ਉਸ ਆਰਟੀਕਲਸ ਨੂੰ ਕਹਾਂਗੇ ਜਿਹੜੇ ਆਪਾਂ ਮੈਨ ਮੇਡ ਬੰਦਿਆਂ ਨੇ ਜਿਹੜੇ ਖੁਦ ਬਣਾਏ ਆ ਕੈਮੀਕਲ ਨੂੰ ਯੂਜ਼ ਕਰਕੇ ਜਾਂ ਕੈਮੀਕਲਸ ਦੀ ਪ੍ਰੋਡਕਸ਼ਨ ਕਰਕੇ। ਠੀਕ ਹੈ, ਉਹਨਾਂ ਤੋਂ ਆਪਾਂ ਜਿਹੜੇ ਆਰਟੀਫਿਸ਼ੀਅਲ ਬਣਾਏ ਹੋਏ ਫਾਈਬਰਸ, ਦੈਟ ਇਜ਼ ਯੋਰ artificial fibers। You have read in your previous classes about the natural fibers like cotton, wool, silk, etc are obtained from plants or animals। ਠੀਕ ਹੈ, ਜਿੱਦਾਂ ਆਪਾਂ ਪਿਛਲੇ ਕਲਾਸਿਸ ਦੇ ਵਿੱਚ ਵੀ ਪੜ੍ਹ ਕੇ ਆਏ, ਜਿਹੜੇ ਨੈਚੁਰਲ ਫਾਈਬਰਸ ਹੁੰਦੇ ਆ ਜਿੱਦਾਂ ਕਾਟਨ ਹੋ ਗਿਆ, ਵੂਲ ਹੋ ਗਿਆ, ਸਿਲਕ, ਇਹ ਸਾਰੇ ਪਲਾਂਟਸ ਐਂਡ ਐਨੀਮਲਸ ਤੋਂ ਆਪਾਂ ਨੂੰ ਮਿਲਦੇ ਆ। ਦ ਸਿੰਥੈਟਿਕ ਫਾਈਬਰਸ ਔਨ ਦੀ ਅਦਰ ਹੈਂਡ ਆਰ ਮੇਡ ਬਾਈ ਹਿਊਮਨ ਬੀਂਗਸ। ਤੇ ਜਿਹੜੇ ਸਿੰਥੈਟਿਕ ਫਾਈਬਰਸ ਹੁੰਦੇ ਮੋਸਟਲੀ ਹਿਊਮਨ ਬੀਂਗਸ ਹੀ ਬਣਾਉਂਦੇ ਆ। ਦਿਸ ਇਜ਼ ਵਾਈ these are called synthetic or man made fibers। ਤੇ ਇਸ ਕਰਕੇ ਇਹਨਾਂ ਨੂੰ ਆਪਾਂ ਸਿੰਥੈਟਿਕ ਤੇ ਮੈਨ ਮੇਡ ਫਾਈਬਰਸ ਕਹਿੰਦੇ ਪਏ ਆ। ਓਕੇ, what are the synthetic fibers? ਠੀਕ ਹੈ, ਹੁਣ ਥੋੜਾ ਡਿਟੇਲ ਦੇ ਵਿੱਚ ਜਾਣਦੇ ਆ। try to recall the uniform pattern found in a necklace of beads joined with the help of a thread। ਠੀਕ ਹੈ, ਆਪਾਂ ਛੋਟੇ ਛੋਟੇ ਥ੍ਰੈਡ ਨਾਲ ਦੇਖਿਆ ਹੋਣਾ, ਇੱਕ ਥ੍ਰੈਡ ਦੇ ਵਿੱਚ ਕਾਫੀ ਛੋਟੇ ਛੋਟੇ ਬਬਲਸ ਟਾਈਪ ਉਹਨਾਂ ਨੇ ਬੰਨੇ ਹੁੰਦੇ ਆ। ਦੇਖੋ ਤੁਹਾਡੇ ਸਾਹਮਣੇ ਲੈਫਟ ਹੈਂਡ ਸਾਈਡ ਦੇ ਵਿੱਚ ਬਣਿਆ ਹੋਇਆ ਨੈਕਲੇਸ ਤੁਹਾਡੇ ਕੋਲ। ਠੀਕ ਹੈ, ਇੱਕ ਥ੍ਰੈਡ ਲਿਆ, ਥ੍ਰੈਡ ਦੇ ਵਿੱਚ ਛੋਟੇ ਛੋਟੇ ਪਲਾਸਟਿਕਸ ਨੂੰ ਆਪਸ ਦੇ ਵਿੱਚ ਜੁਆਇਨ ਕੀਤਾ ਹੋਇਆ। ਔਰ ਟਰਾਈ ਟੂ ਜੁਆਇਨ ਅ ਪੇਪਰ ਕਲਿਪਸ ਟੂਗੈਦਰ ਟੂ ਮੇਕ ਅ ਲੌਂਗ ਚੇਨ। ਇਜ਼ ਦੇਰ ਐਨੀ ਸਿਮਿਲਰਿਟੀ ਬਿਟਵੀਨ ਟੂ? ਅਫਕੋਰਸ ਛੋਟੇ ਛੋਟੇ ਪਾਰਟਸ ਨੂੰ ਆਪਸ ਦੇ ਵਿੱਚ ਜੁਆਇਨ ਕਰਕੇ ਕੀਤਾ ਹੋਇਆ ਇਹਨਾਂ ਦੇ ਵਿੱਚ। ਠੀਕ ਹੈ, ਆਪਾਂ ਇਹ ਕਹਿ ਸਕਦੇ ਹਾਂ। ਅ ਸਿੰਥੈਟਿਕ ਫਾਈਬਰ ਇਜ਼ ਆਲਸੋ ਅ ਚੇਨ ਆਫ ਸਮਾਲ ਯੂਨਿਟਸ ਜੁਆਇਨ ਟੂਗੈਦਰ। ਸਿੰਥੈਟਿਕ ਫਾਈਬਰ ਵੀ ਆਪਣਾ ਇਹੀ ਹੁੰਦਾ ਆ, ਛੋਟੇ ਛੋਟੇ ਯੂਨਿਟਸ ਨੂੰ ਆਪਸ ਦੇ ਵਿੱਚ ਜੋੜਿਆ ਹੁੰਦਾ। ਈਚ ਸਮਾਲ ਯੂਨਿਟ ਇਜ਼ ਐਕਚੁਅਲੀ ਅ ਕੈਮੀਕਲ ਸਬਸਟੈਂਸ। ਜਿਹੜਾ ਛੋਟੇ ਛੋਟੇ ਇੱਕ ਯੂਨਿਟ ਹੁੰਦਾ ਇੱਕ ਕੈਮੀਕਲ ਸਬਸਟੈਂਸ ਹੁੰਦਾ ਤੁਹਾਡੇ ਕੋਲ। Many such small units combine to form a large single unit called a polymer। ਠੀਕ ਹੈ, ਇਹ ਤੋਂ ਜਿਹੜੇ ਛੋਟੇ ਛੋਟੇ small units ਹੁੰਦੇ ਆਪਸ ਦੇ ਵਿੱਚ ਜੁੜ ਕੇ ਇੱਕ ਲਾਸਟ ਇੱਕ ਪੋਲੀਮਰ ਬਣਾ ਦਿੰਦੇ, ਇੱਕ ਪਲਾਸਟਿਕ ਦਾ ਟੁਕੜਾ ਬਣਾ ਸਕਦੇ, ਪੋਲੀਮਰ ਬਣਾ ਦਿੰਦੇ ਆ। The word polymer comes from two Greek words, poly means many and mer means parts। so a polymer is made up of many repeating units। ਤੇ ਕਾਫੀ ਜ਼ਿਆਦਾ repeating units ਤੋਂ ਆਪਾਂ ਬਣਾ ਲਈਦਾ ਹੈ। ਜਿੱਦਾਂ ਦੇਖੋ ਨੈਕਲੈਸ ਦੀ ਐਗਜ਼ਾਮਪਲ ਦਿੱਤੀ ਸੀ, ਨਾਲ ਤੁਹਾਨੂੰ ਪਿੰਸ ਦੀ ਐਗਜ਼ਾਮਪਲ ਦਿੱਤੀ ਹੈ ਕਿ ਤੁਸੀਂ ਪੇਪਰ ਪਿੰਸ ਨੂੰ ਆਪਸ ਦੇ ਵਿੱਚ ਜੁਆਇਨ ਕਰ ਦਿੱਤਾ। ਠੀਕ ਹੈ, ਓਕੇ। ਟਾਈਪਸ ਆਫ ਸਿੰਥੈਟਿਕ ਫਾਈਬਰਸ, ਹੁਣ ਆਪਾਂ ਗੱਲ ਕਰਾਂਗੇ ਇਨ ਡਿਟੇਲ ਕਿੰਨੇ ਟਾਈਪਸ ਦੇ ਆਪਣੇ ਕੋਲ ਸਿੰਥੈਟਿਕ ਫਾਈਬਰਸ ਹੁੰਦੀ ਹੈ। ਠੀਕ ਹੈ, ਰਾਇਨ ਵਿਚ ਯੂ ਹੈਵ ਰੀਡ ਇਨ ਕਲਾਸ 7th that silk fiber obtained from a silkworm was discovered in China and was kept as closely guarded secret for a long time। ਠੀਕ ਹੈ, ਆਪਾਂ ਲਾਸਟ ਕਲਾਸ ਦੇ ਵਿੱਚ ਵੀ ਪੜ੍ਹ ਕੇ ਆਏ ਸਿਲਕ ਵਰਮ ਬਾਰੇ ਕਿ ਜਿਹੜਾ ਸਿਲਕ ਫਾਈਬਰ ਹੁੰਦਾ ਉਹ ਸਿਲਕ ਵਰਮ ਤੋਂ ਆਪਾਂ ਨੂੰ ਮਿਲਦਾ ਆ। ਤੇ ਸਿਲਕ ਵਰਮ ਤੋਂ ਇਹ ਚਾਈਨਾ ਦੇ ਵਿੱਚ ਡਿਸਕਵਰ ਕੀਤਾ ਗਿਆ ਸੀ ਤੇ ਕਾਫੀ ਟਾਈਮ ਤੱਕ ਇਹਨੂੰ ਸੀਕ੍ਰੇਟ ਰੱਖਿਆ ਗਿਆ ਸੀ। ਫੈਬਰਿਕ obtained from silk fiber was very costly। ਪਰ ਪ੍ਰੋਬਲਮ ਇਜ਼ ਦੈਟ ਕਿ ਜਿਹੜਾ ਸਿਲਕ ਫਾਈਬਰ ਹੈ ਬਹੁਤ ਜ਼ਿਆਦਾ ਕੋਸਟਲੀ ਹੁੰਦਾ ਸੀ। ਬਟ ਇਟਸ ਬਿਊਟੀਫੁਲ ਟੈਕਸਚਰ ਫੈਸੀਨੇਟਡ everybody।
ਤੇ ਇਹਦਾ ਜਿਹੜਾ ਬਿਊਟੀਫੁਲ ਟੈਕਸਚਰ ਸੀ ਉਹ ਸਾਰਿਆਂ ਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਪਿਆ ਸੀ। ਅਟੈਂਪਟਸ ਵਰ ਮੇਡ ਟੂ ਮੇਕ ਸਿਲਕ ਆਰਟੀਫਿਸ਼ਲੀ, ਤੇ ਬਹੁਤ ਸਾਰੇ ਇਦਾਂ ਦੇ ਅਟੈਂਪਟਸ ਵੀ ਹੋਏ ਕਿ ਸਿਲਕ ਨੂੰ ਜਿਹੜਾ ਆਰਟੀਫਿਸ਼ਲੀ ਆਪਾਂ ਬਣਾ ਸਕੀਏ। ਟੂਵਰਡਸ ਦੀ ਐਂਡ ਆਫ 19th century scientists were successfully in obtaining a fiber having properties similar to that of an silk। ਤੇ 19th century ਦੇ ਲਾਸਟ ਦੇ ਵਿੱਚ ਜਾ ਕੇ ਸਾਇੰਟਿਸਟ ਨੇ ਇੱਕ ਆਰਟੀਫਿਸ਼ੀਅਲ ਸਿਲਕ ਨੂੰ ਬਣਾ ਹੀ ਦਿੱਤਾ ਜਿਹੜੀਆਂ ਪ੍ਰੋਪਰਟੀਜ਼ ਬਿਲਕੁਲ ਅਸੈਂਬਲ ਕਰਦੀਆਂ ਪਈਆਂ ਸੀ, ਰਿਜ਼ੈਂਬਲ ਕਰਦੀਆਂ ਪਈਆਂ ਸੀ ਤੁਹਾਡੇ ਕੋਲ ਸਿਲਕ ਦੇ ਨਾਲ। ਸੱਚ ਆ ਫਾਈਬਰ ਵਾਸ obtained from chemically treatment of wood pulp। ਠੀਕ ਹੈ, ਇਹ ਕਿੱਦਾਂ obtain ਕੀਤਾ ਗਿਆ ਸੀ? ਇਹਨੂੰ ਕੈਮੀਕਲੀ ਟ੍ਰੀਟਮੈਂਟ ਕੀਤਾ ਗਿਆ ਸੀ wood pulp ਨੂੰ, ਛੋਟੇ ਛੋਟੇ ਜਿਹੜੇ ਲੱਕੜ ਦੇ ਪੀਸਿਸ ਹੁੰਦੇ ਆ ਉਹਨਾਂ ਨੂੰ ਕੈਮੀਕਲੀ ਟ੍ਰੀਟਮੈਂਟ ਕੀਤਾ ਗਿਆ ਸੀ ਤੇ ਉੱਥੋਂ ਆਪਾਂ ਨੂੰ ਆਰਟੀਫਿਸ਼ੀਅਲ ਦੈਟ ਇਜ਼ ਰਾਇਨ ਮਿਲ ਗਿਆ ਸੀ। ਦੈਨ ਦਿਸ ਫਾਈਬਰ ਵਾਸ ਕਾਲਡ ਰਾਇਨ ਔਰ ਆਰਟੀਫਿਸ਼ੀਅਲ ਸਿਲਕ ਵੀ ਇਹਨੂੰ ਕਿਹਾ ਜਾਂਦਾ ਹੈ। ਠੀਕ ਹੈ, although rayon is obtained from a natural source wood pulp, yet it is a man made fiber। ਠੀਕ ਹੈ, ਬੇਸ਼ੱਕ ਕਿ ਆਪਣੇ ਤੋਂ ਨੈਚੁਰਲ ਫਾਈਬਰ ਨੇਚਰ ਤੋਂ ਹੀ ਮਿਲਦਾ ਪਿਆ, ਪਰ ਪ੍ਰੋਬਲਮ ਇਜ਼ ਦੈਟ ਕਿ ਪ੍ਰੋਬਲਮ ਤਾਂ ਨਹੀਂ ਕਹਿ ਸਕਦੇ, ਬਟ ਐਕਚੁਅਲੀ ਥਿੰਗ ਇਜ਼ ਦੈਟ ਕਿ ਆਪਾਂ ਇਹਨੂੰ ਖੁਦ ਬਣਾਇਆ ਹੈ, ਮੈਨ ਮੇਡ ਨੇ ਹੀ ਇਹਨੂੰ ਡਿਵੈਲਪ ਕੀਤਾ ਹੋਇਆ। ਇਟ ਇਜ਼ ਚੀਪਰ ਦੈਨ ਸਿਲਕ ਐਂਡ ਕੈਨ ਵੀ ਵੂਵਨ ਲਾਈਕ ਅ ਸਿਲਕ ਫਾਈਬਰ। ਠੀਕ ਹੈ, ਇਹ ਜਿਹੜਾ ਹੈ ਆਪਣੇ ਕੋਲ ਸਿਲਕ ਤੋਂ ਕਾਫੀ ਜ਼ਿਆਦਾ ਸਸਤਾ ਹੁੰਦਾ ਹੈ ਤੇ ਉਹਨੂੰ ਵੂਵਨ ਵੀ ਕਰ ਸਕਦੇ ਸਿਲਕ ਫਾਈਬਰ ਦੀ ਤਰ੍ਹਾਂ। ਇਟ ਕੈਨ ਆਲਸੋ ਬੀ ਡਾਈਡ ਇਨ ਅ ਵਾਈਡ ਵੈਰਾਈਟੀ ਆਫ ਕਲਰਸ, ਤੇ ਇਹਨੂੰ ਕਾਫੀ ਡਿਫਰੈਂਟ ਕਲਰਸ ਦੇ ਵਿੱਚ ਆਪਾਂ ਡਾਈ ਵੀ ਕਰ ਸਕਦੇ। ਰਾਇਨ ਇਜ਼ ਮਿਕਸਡ ਵਿਦ ਕਾਟਨ ਟੂ ਮੇਕ ਬੈੱਡ ਸ਼ੀਟਸ ਔਰ ਮਿਕਸਡ ਵਿਦ ਦਾ ਵੂਲ ਟੂ ਮੇਕ ਕਾਰਪੈਟਸ। ਠੀਕ ਹੈ, ਇਹਨਾਂ ਨੂੰ ਕਾਟਨ ਦੇ ਨਾਲ ਵੀ ਮਿਕਸ ਕਰ ਦਿੱਤਾ ਜਾਂਦਾ ਤੇ ਵੂਲ ਦੇ ਨਾਲ ਵੀ ਮਿਕਸ ਕਰ ਦਿੱਤਾ ਜਾਂਦਾ ਤਾਂ ਕਿ ਆਪਾਂ ਇਹਨੂੰ ਡਿਫਰੈਂਟ ਜਗ੍ਹਾ 'ਤੇ ਯੂਜ਼ ਕਰ ਸਕੀਏ। ਜਿੱਦਾਂ ਦੇਖੋ ਆਰਟੀਫਿਸ਼ੀਅਲ ਮੇਡ ਆਫ ਰਾਇਨ, ਆਰਟੀਕਲਸ ਮੇਡ ਆਫ ਰਾਇਨ, ਤੁਹਾਡੇ ਕੋਲ ਸਾਹਮਣੇ ਆਰਟੀਕਲ ਜਿਹੜੇ ਹੈ ਰਾਇਨ ਤੋਂ ਬਣੇ ਹੋਏ, ਜਿੱਦਾਂ ਫੁੱਡ ਕਾਰਪੈਟ ਹੁੰਦਾ ਹੈ ਰਾਇਨ ਤੋਂ ਬਣਿਆ ਹੁੰਦਾ ਆ। ਹੋਰ ਵੀ ਬਹੁਤ ਸਾਰੇ ਕਲੋਥ ਜਿਹੜੇ ਆਪਣੇ ਰਾਇਨ ਤੋਂ ਤਿਆਰ ਕੀਤੇ ਜਾਂਦੇ ਆ। ਠੀਕ ਹੈ, ਹੁਣ ਆਪਾਂ ਆ ਗਏ ਨਾਈਲਨ ਤੋਂ। ਨਾਈਲਨ ਇਜ਼ ਅਨਦਰ ਮੈਨ ਮੇਡ ਫਾਈਬਰ। In 1931 it was made without using a natural raw material from plant or animal। it was prepared from coal, water and air। ਠੀਕ ਹੈ, ਇਹਦਾ ਬੇਸਿਕਲੀ ਕੁਐਸਚਨ ਪੁੱਛ ਲਿਆ ਜਾਂਦਾ ਹੈ ਕਿ what were the main substances that were used to make the nylon, that can be written as coal, water and air। it was the first fully synthetic fiber। ਠੀਕ ਹੈ, ਇਹ ਪਹਿਲਾ ਇੱਕ ਇਦਾਂ ਦਾ ਫਾਈਬਰ ਸੀ ਜਿਹੜਾ ਪੂਰੀ ਤਰ੍ਹਾਂ ਸਿੰਥੈਟਿਕ ਸੀ। ਨਾਈਲਨ ਫਾਈਬਰ ਵਾਜ਼ ਸਟਰੋਂਗ, ਇਲਾਸਟਿਕ ਐਂਡ ਲਾਈਟ। ਠੀਕ ਹੈ, ਸਭ ਤੋਂ ਵੱਡੀ ਇਹਦੀ ਪ੍ਰੋਪਰਟੀ ਕੀ ਸੀ? ਇਹ ਕੋਈ ਵੀ ਕੁਐਸਚਨ ਤੁਹਾਡੇ ਤੋਂ ਪੁੱਛ ਸਕਦਾ ਹੈ ਕਿ ਨਾਈਲਨ ਫਾਈਬਰ ਹੀ ਕਿਉਂ ਯੂਜ਼ ਕੀਤਾ ਜਾਂਦਾ, ਨਾਈਲਨ ਫਾਈਬਰ ਕਿਉਂ, ਐਡਵਾਂਟੇਜਸ ਕੀ ਹੈ? ਇਹ ਕਾਫੀ ਜ਼ਿਆਦਾ ਸਟਰੋਂਗ ਹੁੰਦਾ, ਛੇਤੀ ਟੁੱਟਦਾ ਨਹੀਂ ਹੈ, ਇਲਾਸਟਿਕ ਬਹੁਤ ਵਧੀਆ ਹੁੰਦੀ ਇਹਦੀ, ਸਟ੍ਰੈਚ ਕਰ ਲਈਏ ਛੇਤੀ ਕਿਤੇ ਟੁੱਟਦਾ ਨਹੀਂ ਹੈ, ਲਾਈਟ ਹਲਕਾ ਬਹੁਤ ਹੁੰਦਾ ਆ। ਇਟ ਵਾਜ਼ ਲਸਟਰੀਅਸ ਐਂਡ ਈਜ਼ੀ ਟੂ ਵਾਸ਼। ਠੀਕ ਹੈ, ਕਾਫੀ ਜ਼ਿਆਦਾ ਚਮਕਦਾ ਵੀ ਸੀ ਤੇ ਨਾਲ ਕਾਫੀ ਜ਼ਿਆਦਾ ਈਜ਼ੀ ਸੀ ਇਹਨੂੰ ਧੋਣਾ। ਸੋ ਇਟ ਬਿਕਮ ਵੈਰੀ ਪੋਪੂਲਰ ਫॉर ਮੇਕਿੰਗ ਕਲੋਥਸ, ਤੇ ਇਸ ਕਰਕੇ ਇਹਨੂੰ ਆਪਾਂ ਕੱਪੜਿਆਂ ਦੇ ਵਿੱਚ ਯੂਜ਼ ਕਰਨਾ ਬਹੁਤ ਜ਼ਿਆਦਾ ਯੂਜ਼ ਕਰਨਾ ਸਟਾਰਟ ਕਰ ਦਿੱਤਾ। We use many articles made from nylon such as socks, ropes, tents, toothbrushes, car seat belts, sleeping bags, curtain etc। ਨਾਈਲਨ ਇਜ਼ ਦੇਖੋ ਤੁਹਾਨੂੰ ਸਾਹਮਣੇ ਥਿੰਗਸ ਦੱਸ ਦਿੱਤੀਆਂ ਕਿਹੜੀ ਕਿਹੜੀ ਚੀਜ਼ ਦੇ ਵਿੱਚ ਆਪਾਂ ਨਾਈਲਨ ਨੂੰ ਯੂਜ਼ ਕਰਦੇ ਪਏ ਹਾਂ। ਠੀਕ ਹੈ, ਕਰਟਨਸ ਵਗੈਰਾ ਵੀ ਆਪਾਂ ਨਾਈਲਨ ਦੇ, ਬ੍ਰਸ਼ਿਜ਼ ਵਗੈਰਾ ਵੀ, ਰੋਪ ਵਗੈਰਾ ਵੀ ਸਾਰੇ ਨਾਈਲਨ ਦੇ ਹੀ ਬਣਾਏ ਜਾਂਦੇ ਆ। ਨਾਈਲਨ ਆਲਸੋ ਯੂਜ਼ ਫॉर ਮੇਕਿੰਗ ਪੈਰਾਸ਼ੂਟਸ ਐਂਡ ਰੋਪਸ ਫॉर ਰੌਕ ਕਲਾਈਮਿੰਗ। ਠੀਕ ਹੈ, ਪੈਰਾਸ਼ੂਟਸ ਦੇ ਵਿੱਚ ਵੀ ਹੁਣ ਤੁਹਾਨੂੰ ਕੁਐਸਚਨ ਪੁੱਛ ਸਕਦੀ ਹੈ what is the synthetic fiber, which is the synthetic fiber that is used in parachutes and ropes for rock climbing। ਠੀਕ ਹੈ, ਇਦਾਂ ਤੁਹਾਨੂੰ ਪੁੱਛ ਸਕਦੇ ਕੁਐਸਚਨ ਉੱਥੇ ਤੁਸੀਂ ਨਾਈਲਨ ਆਨਸਰ ਦੇਣਾ ਹੁੰਦਾ। ਠੀਕ ਹੈ, a nylon thread is actually stronger than a steel wire। ਠੀਕ ਹੈ, ਨਾਈਲਨ ਦੀ ਥ੍ਰੈਡ ਹੈ ਜਿਹੜੀ ਉਹ ਸਟੀਲ ਵਾਇਰ ਤੋਂ ਵੀ ਕਾਫੀ ਜ਼ਿਆਦਾ ਸਟਰੋਂਗ ਹੁੰਦੀ ਹੈ। ਓਕੇ, ਐਂਡ ਦੈਟਸ ਇਨਫ ਫॉर ਟੁਡੇ। ਇੱਥੋਂ ਆਪਾਂ ਨੈਕਸਟ ਟਾਈਮ ਇਦਾਂ ਹੀ ਕੰਟੀਨਿਊ ਕਰਾਂਗੇ। ਓਕੇ, ਥੈਂਕ ਯੂ।